ਸਾਡਾ ਹੱਕ ਇੱਥੇ ਰੱਖ, ਸਾਡਾ ਹੱਕ ਇੱਥੇ ਰੱਖ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ, किसान मजदूर एकता जिंदाबाद, किसान मजदूर एकता जिंदाबाद। खेती दे विरुद्ध काले कानून वापस लो, वापस लो, वापस लो, खेती दे विरुद्ध काले कानून वापस लो, वापस लो, वापस लो। ਰੱਦ ਕਰੋ। मोदी सरकार मुर्दाबाद, मोदी सरकार मुर्दाबाद, मोदी सरकार मुर्दाबाद। ओ साडा हक है, ਇੱਥੇ ਰੱਖ, किसानां दा हक है, ਇੱਥੇ ਰੱਖ, किसानां दा हक है, ਇੱਥੇ ਰੱਖ, सैनिकां दा हक है, ਇੱਥੇ ਰੱਖ, सैनिकां दा हक है। ਇੱਥੇ ਰੱਖ। काले कानून वापस लो, काले कानून वापस लो, काले कानून वापस लो। मैं देश दुनिया चैनल तो जिला इंचार्ज हरप्रीत सिंह प्रिंस। इस वक्त असी खन्ना रेलवे स्टेशन के बाहर मौजूद हाँ, जिथे लगातार करीब 66 दिन तो धरना जारी है तो भुख हड़ताल भी सूबा प्रधान रजिंदर सिंह बैनीपाल ते यूथ किसान विंग प्रधान गुरदीप सिंह भट्टी के अगवाई दे विच निरंतर जारी है। आए दिन भारी तादाद विच किसानां दे नाल साबका सैनिक ते होर समाजिक जथेबंदियां दे आगू धरने ते भुख हड़ताल विच शमूलीयत करके किसानां दे हौसले विच वाधा कर रहे हैं। दूसरे पासे केंद्र सरकार वालों पास किए खेती कानून सुधार के संबंधी जिहड़े बिल उन्होंने विरोधता करते हुए किसानों वालों दिल्ली के ਵੱਖ-ਵੱਖ बार्डरां उत्ते जो धरना दिता जा रहा उस विच भी खन्ने विचों ते इलाके विचों आए दिन ट्रालियां विच जां होर अपने साधनां दे राहीं किसान ते समर्थक जथेबंदियां दे आगू वर्कर शमूलीयत करने जा रहे हैं। अज भी पिंड लिबड़े तो सतार मुहम्मद मुस्लिम लीग के मुस्लिम विंग के जिहड़े आगू ने ਤੇ ਉਹਨਾਂ ਦੀ ਅਗਵਾਈ ਦੇ ਵਿੱਚ ਭਾਰੀ ਤਾਦਾਦ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਜਿਹੜੇ ਜਾ ਰਹੇ ਨੇ ਉਹਨਾਂ ਦੀ ਇੱਥੋਂ ਵਿਦਾਇਗੀ ਹੋਣੀ ਹੈ। ਇਸ ਤੋਂ ਪਹਿਲਾਂ ਭਾਰੀ ਇਕੱਤਰਤਾ ਰੇਲਵੇ ਸਟੇਸ਼ਨ ਖੰਨਾ ਦੇ ਬਾਹਰ ਕੀਤੀ ਗਈ। ਸਾਡੇ ਨਾਲ ਮੌਜੂਦ ਨੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਬੈਨੀਪਾਲ। ਉਹਨਾਂ ਨੂੰ ਪੁੱਛਦੇ ਹਾਂ ਕਿ ਅਗਰ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਜਾਂ ਕਿਸਾਨ ਵਿਰੋਧੀ ਬਿੱਲ ਜਿਨ੍ਹਾਂ ਨੂੰ ਰੱਦ ਕਰਨ ਵਾਸਤੇ ਇਹਨਾਂ ਵੱਲੋਂ ਕਾਫੀ ਦੇਰ ਤੋਂ ਸੰਘਰਸ਼ ਕੀਤਾ ਜਾ ਰਿਹਾ ਤਾਂ ਇਹਨਾਂ ਦਾ ਅਗਲਾ ਪ੍ਰਤੀਕਰਮ ਕੀ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਮੀਡੀਆ ਵਾਲਿਆਂ ਦਾ ਧੰਨਵਾਦੀ ਹਾਂ। ਮੀਡੀਆ ਇੱਕ ਚੌਥਾ ਪਾਵਾ ਜਿਹੜਾ ਕਿ ਸਾਨੂੰ ਸਾਥ ਦੇ ਰਿਹਾ। ਸਾਡੀ ਜਿਹੜੀ ਕੇਂਦਰ ਸਰਕਾਰ ਹੈ ਇਹਦੀ ਨੀਤੀ 'ਚ ਫਰਕ ਹੈ। ਹਰ ਰੋਜ਼ ਸਾਡੇ ਨੇਤਾਵਾਂ ਦੇ ਨਾਲ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਕਰਦੇ ਨੇ ਪਰ ਮੌਕੇ 'ਤੇ ਜਾ ਕੇ ਮੁੱਕਰ ਜਾਂਦੇ ਨੇ। ਇੱਥੋਂ ਦੀ ਸਰਕਾਰ ਬਿਲਕੁਲ ਥਿੜਕ ਚੁੱਕੀ ਹੈ। ਅੰਦੋਲਨ ਬਹੁਤ ਵੱਡੇ ਪੱਧਰ 'ਤੇ ਬਹੁਤ ਉੱਚਾ ਚਲਿਆ ਗਿਆ। ਸਾਡੇ ਕੱਲ ਨੇਤਾਵਾਂ ਨੇ ਇਕੱਠੇ ਹੋ ਕੇ ਮੀਟਿੰਗ ਕਰੀ ਹੈ ਵੀ 12 ਤਰੀਕ ਤੋਂ ਬਾਅਦ ਜੇਕਰ ਮੰਗਾਂ ਨਾ ਮੰਨੀਆਂ ਤਾਂ ਅਸੀਂ ਆਲ ਇੰਡੀਆ ਲੈਵਲ ਤੇ ਰੇਲਾਂ ਰੋਕਾਂਗੇ। 12 ਤਰੀਕ ਨੂੰ ਹੀ ਸਾਰੇ ਆਲ ਇੰਡੀਆ ਲੈਵਲ ਤੇ ਜਿੰਨੇ ਟੂਲ ਪਲਾਜ਼ੇ ਨੇ ਉਹ ਫ੍ਰੀ ਕਰਾਂਗੇ। ਉਹਦੀ ਬਾਅਦ 14 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਵਿੱਚ ADC ਦਫ਼ਤਰਾਂ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਅਸੀਂ ਵੱਡੇ ਪੱਧਰ ਤੇ ਧਰਨੇ ਮੁਜ਼ਾਹਰੇ ਕਰਾਂਗੇ। ਇਸ ਅੰਦੋਲਨ ਨੂੰ ਬਹੁਤ ਤੇਜ਼ ਕਰਾਂਗੇ। ਹਰ ਰੋਜ਼ ਖੰਨੇ ਤੋਂ ਵੱਡੇ ਪੱਧਰ ਤੇ ਸੰਗਤ ਜਾਂਦੀ ਆ ਦਿੱਲੀ। ਸਾਡੇ ਹੌਸਲੇ ਬੁਲੰਦ ਨੇ। ਅੱਜ ਵੀ 3 ਬੱਸਾਂ ਗਈਆਂ ਨੇ। ਨੌਲੜੀ ਪਿੰਡ ਚੋਂ ਗਈ ਆ, ਜੇਠੂ ਨਗਰ ਚੋਂ ਗਈ ਆ। ਅੱਜ ਹੁਣ ਲਿਬੜੇ ਪਿੰਡ ਤੋਂ ਵੀ ਸੰਗਤ ਸਾਡੇ ਕੋਲ ਆਈ ਆ। ਇਹਨਾਂ ਨੇ ਮਤਲਬ ਦਿੱਲੀ ਧਰਨੇ ਦੇ ਵਿੱਚ ਜਾਣ ਲਈ ਅਸੀਂ ਦਿੱਲੀ ਦਾ ਗੜ੍ਹ ਤੋੜ ਕੇ ਹਟਾਂਗੇ, ਮੰਗਾਂ ਮਨਵਾ ਕੇ ਹਟਾਂਗੇ। ਯਕੀਨੀ ਸਾਡੀ ਜਿੱਤ ਹੋਊਗੀ ਕਿਉਂਕਿ ਜਿਹੜਾ ਸਾਡਾ ਅੰਦੋਲਨ ਹੈ ਸ਼ਾਂਤਮਈ ਢੰਗ ਨਾਲ ਚੱਲ ਰਿਹਾ। ਇਹ ਆਲ ਵਰਲਡ ਦੇ ਵਿੱਚ ਇੱਕ ਇਤਿਹਾਸ ਬਣਾ ਕੇ ਜਾਊਗਾ। ਅਸੀਂ ਸਰਕਾਰ ਤੋਂ ਜਿਹੜੇ ਸਾਡੇ 5 ਬਿੱਲ ਨੇ ਉਹ 5 ਬਿੱਲ ਰੱਦ ਕਰਾ ਕੇ ਹਟਾਂਗੇ। ਉਹਨਾਂ ਚਿਰ ਅਸੀਂ ਦਿੱਲੀੋਂ ਨਹੀਂ ਮੁੜਾਂਗੇ। ਰਜਿੰਦਰ ਸਿੰਘ ਬੈਨੀਪਾਲ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਖੇਤੀ ਸੰਬੰਧੀ ਕੇਂਦਰ ਸਰਕਾਰ ਨੇ ਬਿੱਲ ਪਾਸ ਕੀਤੇ ਨੇ ਉਹਨਾਂ ਨੂੰ ਰੱਦ ਕਰਾ ਕੇ ਹਟਾਂਗੇ। ਉਸ ਤੋਂ ਬਿਨਾਂ ਅਸੀਂ ਨਹੀਂ ਮੁੜਦੇ। ਕਿਸਾਨਾਂ ਦੇ ਹੌਸਲੇ ਬੁਲੰਦ ਨੇ। ਸਾਡੇ ਨਾਲ ਇਸ ਵਕਤ ਮੌਜੂਦ ਨੇ लगातार धरने उत्ते बैठण वाले शमूलीयत करने वाले किसान आगू जसबीर सिंह चीमा मुस्तफाबाद वाले की कहना तुहाडा जी। मैं जसबीर सिंह चीमा। देखो जी सेंटर सरकार होंदी है ना ये राज सरकारां दी माँ होंदी है पर जी साडी ये माँ ये तो मतरियां मावां नाल साडे नाल बहुत भैड़ा सलूक कर रही है। ये तो साडे जथेबंदियां ने पुछया भी तुहाडे कानून वापस लैण तुहाडा की हर्जा की नुकसान होंदा। सिर्फ 2 हरफी गल है तो इन्हां नूं जवाब देना चाहिए कि इन्हां नुकसान हो रहा है। तो ਜਿਹੜੇ ਬਾਰ-ਬਾਰ ਸਾਨੂੰ ਇਹਨਾਂ ਤੰਗ ਕਰ ਰਹੇ ਨੇ ਇਹ ਮੋਦੀ ਸਾਹਿਬ ਨੂੰ ਸੋਚ ਲੈਣਾ ਚਾਹੀਦਾ ਹੈ ਵੀ ਤੁਹਾਨੂੰ ਕਾਨੂੰਨ ਵਾਪਸ ਲੈਣੇ ਪੈਣਗੇ। ਭਾਵੇਂ
6 ਮਹੀਨੇ ਭਾਵੇਂ ਸਾਲ ਭਾਵੇਂ 2 ਸਾਲ ਜਿੰਨਾ ਮਰਜ਼ੀ ਤੁਸੀਂ ਲਟਕਾ ਕੇ ਰੱਖੋ, ਅਖੀਰ ਸਾਨੂੰ ਹਾਰ ਮੰਨਣੀ ਪਊਗੀ। ਕਿਸਾਨਾਂ ਅੱਗੇ ਹੱਥ ਖੜੇ ਕਰਨੇ ਪੈਣਗੇ। ਇਸ ਕਰਕੇ ਤੁਹਾਨੂੰ ਬੇਨਤੀ ਅਸੀਂ ਕੀਤੀ ਹੈ ਤੇ ਅਸੀਂ ਜਿਉਂ ਫਿਰ ਸਾਨੂੰ ਸਖਤਾਈ ਵੀ ਕਰਨੀ ਪੈ ਜਾਣੀ ਆ। ਅਸੀਂ ਤਾਂ ਜੇ ਬਹੁਤ ਪਿਆਰ ਨਾਲ ਅਸੀਂ ਕਹਿੰਦੇ ਹਾਂ ਤੁਸੀਂ ਸਾਡੇ ਜਿਹੜੀ ਕਾਨੂੰਨ ਹੈ ਵਾਪਸ ਲੈ ਲਓ, ਕਾਨੂੰਨ ਵਾਪਸ ਲੈ ਲਓ, ਨਹੀਂ ਤਾਂ ਫਿਰ ਸਾਨੂੰ ਸਾਡੇ ਜਥੇਬੰਦੀਆਂ ਸਖਤਾਈ ਕਰਦੇ ਫਿਰ ਸਾਨੂੰ ਬੜਾ ਮੁਸ਼ਕਿਲ ਹੋ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵੀਰ ਸਿੰਘ ਚੀਮਾ ਜੀ ਨੇ ਇਸ਼ਾਰੇ ਵਿੱਚ ਨਹੀਂ ਬੇਬਾਕੀ ਨਾਲ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਸਖਤ ਹੋ ਜਾਊਗਾ ਤੇ ਉਹਨਾਂ ਨੂੰ ਸਖਤ ਕਦਮ ਚੱਕਣੇ ਪੈਣਗੇ। ਸਰਕਾਰ ਲਈ ਮੁਸ਼ਕਲਾਂ ਖੜੀਆਂ ਹੋਣਗੀਆਂ, ਇਸ ਲਈ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ। ਇਸ ਵਕਤ ਸਾਡੇ ਨਾਲ ਮੌਜੂਦ ਨੇ ਵਕਫ ਬੋਰਡ ਦੇ ਮੈਂਬਰ ਅਤੇ ਮੁਸਲਿਮ ਭਾਈਚਾਰੇ ਦੇ ਆਗੂ ਉਸਤਾਦ ਮੁਹੰਮਦ ਲਿਬੜਾ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇੱਥੋਂ ਵੱਡਾ ਕਾਫਲਾ ਦਿੱਲੀ ਲਈ ਰਵਾਨਾ ਹੋ ਰਿਹਾ। ਤੁਹਾਨੂੰ ਕੀ ਲੱਗਦਾ ਮੋਦੀ ਸਰਕਾਰ ਜਿਹੜੀ ਹੈ ਇਹਨਾਂ ਦੀ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨੇਗੀ, ਕਾਨੂੰਨ ਰੱਦ ਕਰਨ ਲਈ ਨਹੀਂ ਰਾਜੀ ਹੋਵੇਗੀ, ਜਾਂ ਮੋਦੀ ਸਰਕਾਰ ਜਾਣਬੁੱਝ ਕੇ ਗੱਲਾਂ ਬਾਤਾਂ ਦੇ ਰਾਹੀਂ ਟੇਬਲ ਟਾਕ ਦੇ ਜ਼ਰੀਏ ਇਹਨਾਂ ਨੂੰ ਲਟਕਾ ਰਹੀ ਹੈ? ਹਰਪ੍ਰੀਤ ਪ੍ਰਿੰਸ ਜੀ, ਮੈਂ ਤੁਹਾਡਾ ਔਰ ਦੇਸ਼ ਦੁਨੀਆ ਚੈਨਲ ਦਾ ਮੈਂ ਧੰਨਵਾਦ ਕਰਦਾ, ਜਿਹੜੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਦ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਲਗਾਤਾਰ ਇਹਦੀ ਕਵਰੇਜ ਕਰ ਰਹੇ ਆ ਔਰ ਇਸ ਮੁੱਦੇ ਨੂੰ ਉਠਾ ਰਹੇ ਆ। ਔਰ ਜਿਸ ਤਰ੍ਹਾਂ ਇਹ ਚੱਲ ਰਿਹਾ ਸੰਘਰਸ਼ ਦਿੱਲੀ ਦੇ ਵਿੱਚ, ਕਿਉਂਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਮਜਬੂਰ ਕਰਤਾ ਸਾਡੇ ਇੱਥੇ ਕਿਸਾਨਾਂ ਨੂੰ ਜਾਂ ਉਹਨਾਂ ਨਾਲ ਜਿੰਨੇ ਵੀ ਲੋਕ ਜੁੜੇ ਹੋਏ, ਕਿਉਂਕਿ ਸਾਰਾ ਹੀ ਭਾਈਚਾਰਾ ਉਹਦੇ ਨਾਲ ਜੁੜਿਆ ਹੋਇਆ, ਕਿਉਂਕਿ ਸਾਡਾ ਮੁਲਕ ਜਿਹੜਾ ਹੈਗਾ ਖੇਤੀ ਆਧਾਰਿਤ ਮੁਲਕ ਆ, ਖੇਤੀ 'ਤੇ ਆਧਾਰਿਤ ਸਾਡੀ ਇੱਥੇ ਇੰਡਸਟਰੀ ਆ। ਔਰ ਅੱਜ ਐਸੇ ਕਾਲੇ ਕਾਨੂੰਨ 3 ਲੈ ਕੇ ਆਂਦੇ ਆ ਮੋਦੀ ਸਰਕਾਰ ਨੇ। ਕਿਉਂ ਲੈ ਕੇ ਆਂਦੇ ਆ? ਕਿਉਂਕਿ ਮੋਦੀ ਸਰਕਾਰ ਨੂੰ ਲੋਕਾਂ ਤੱਕ ਕੋਈ ਮਤਲਬ ਨਹੀਂ, ਉਹਨੂੰ ਤਾਂ ਸਰਮਾਏਦਾਰਾਂ ਨਾਲ ਪਿਆਰ ਆ। ਚਾਹੇ ਉਹ ਪਿੱਛੇ ਕਿਸੇ ਤਰ੍ਹਾਂ ਦੇ ਵੀ ਕਾਨੂੰਨ ਲਿਆਂਦੇ ਆ, ਮੋਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਕਾਨੂੰਨ ਕਿਸਾਨ ਦੇ ਫਾਇਦੇ ਲਈ ਲਿਆਂਦੇ ਆ, ਪਰ ਕਿਸਾਨ ਕਹਿੰਦੇ ਆ ਕਿ ਇਹ ਸਾਨੂੰ ਮਨਜ਼ੂਰ ਨਹੀਂ, ਸਾਡਾ ਇਹਦੇ 'ਚ ਨੁਕਸਾਨ ਆ। ਕਿਉਂਕਿ ਮੋਦੀ ਸਰਕਾਰ ਨੇ ਹਮੇਸ਼ਾ ਇਹ ਕਿਹਾ ਕਿ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਹਨਾਂ ਕਾਨੂੰਨਾਂ ਦੀ। ਚਾਹੇ CAA ਆਇਆ, NRC ਆ, ਤਾਂ ਉਦੋਂ ਕਿਹਾ ਕਿ ਮੁਸਲਮਾਨਾਂ ਨੂੰ ਸਮਝ ਨਹੀਂ ਆਈ। ਉਸ ਤੋਂ ਬਾਅਦ GST ਆਈ, ਕਿਹਾ ਕਿ ਵਪਾਰੀਆਂ ਨੂੰ ਇਹਦੀ ਸਮਝ ਨਹੀਂ ਆ ਰਹੀ। 370 ਹਟਾਈ, ਤਾਂ ਇਹ ਕਿਹਾ ਵੀ ਲੋਕਾਂ ਨੂੰ ਉੱਥੇ ਦੇ ਨੂੰ ਹਾਲੇ ਤੱਕ ਇਹਦਾ ਫਾਇਦਾ ਹੀ ਨਹੀਂ ਪਤਾ ਲੱਗਿਆ। ਐਸੇ ਤਰ੍ਹਾਂ ਅੱਜ ਕਿਸਾਨ ਜਾਂ ਹੋਰ ਵੀ ਅੱਜ ਕਿਸਾਨਾਂ ਦਾ ਮਸਲਾ ਹੈ, ਤੇ ਜੇ ਮੋਦੀ ਸਰਕਾਰ ਹੇਠਾਂ ਤੱਕ ਗਈ ਹੁੰਦੀ, ਗਰਾਊਂਡ ਲੈਵਲ ਤੱਕ, ਗਰਾਸ ਰੂਟ ਤੱਕ ਗਈ ਹੁੰਦੀ, ਕਿਸਾਨਾਂ ਦੇ ਨੁਮਾਇੰਦੇ ਉਸ ਮੀਟਿੰਗਾਂ 'ਚ ਬਿਠਾਉਂਦੇ, ਪਹਿਲਾਂ ਉਹਨਾਂ ਨਾਲ ਡਿਸਕਸ਼ਨ ਕਰਦੇ ਕਿ ਕੀ ਜ਼ਰੂਰਤਾਂ ਨੇ, ਉਸ ਮੁਤਾਬਕ ਉਹ ਕਾਨੂੰਨ ਲੈ ਕੇ ਆਉਂਦੇ। ਕਿਉਂਕਿ ਲੋਕ ਸਰਕਾਰਾਂ ਚੁਣਦੇ ਨੇ ਲੋਕਾਂ ਦੇ ਫਾਇਦੇ ਲਈ, ਤਾਂ ਕਿ ਸਰਕਾਰ ਆ ਕੇ ਉਹਨਾਂ ਦੇ ਲਈ ਚੰਗੇ ਕਾਨੂੰਨ ਲਿਆਵੇ, ਤਾਂ ਕਿ ਲੋਕਾਂ ਦੀ ਡਿਵੈਲਪਮੈਂਟ ਹੋਵੇ, ਮੁਲਕ ਦੀ ਡਿਵੈਲਪਮੈਂਟ ਹੋਵੇ। ਪਰ ਮੋਦੀ ਸਰਕਾਰ ਨੇ, ਇਹ ਕੇਂਦਰ ਦੀ BJP ਸਰਕਾਰ ਨੇ ਕਿਸਾਨਾਂ ਨੂੰ ਦਰਕਿਨਾਰ ਕਰਦੇ ਹੋਏ, ਕਿਉਂਕਿ ਉਹਨਾਂ ਨੇ ਸਿਰਫ ਇਹ ਸੋਚ ਕੇ ਸਰਮਾਏਦਾਰਾਂ ਦਾ ਉਹ ਸੋਚ ਕੇ ਫਾਇਦਾ ਲੈ ਕੇ ਆਂਦਾ, ਇਹ ਕਾਨੂੰਨ ਲੈ ਕੇ ਆਂਦੇ ਆ ਸਰਮਾਏਦਾਰਾਂ ਦੇ ਹੱਕ 'ਚ ਨੇ ਜਿਹੜੇ। ਤੇ ਅੱਜ ਕਿਸਾਨਾਂ ਨੂੰ ਮਜਬੂਰ ਹੋਣਾ ਪਿਆ ਸੜਕਾਂ 'ਤੇ ਉਤਰਨ ਲਈ, ਧਰਨੇ ਲਗਾਉਣ ਲਈ। ਪਹਿਲਾਂ ਸਟੇਟਾਂ ਦੇ ਵਿੱਚ, ਹੁਣ ਇੱਥੇ ਕੇਂਦਰ ਦੇ ਵਿੱਚ ਦਿੱਲੀ ਜੋ ਧਰਨਾ ਲਾਇਆ ਗਿਆ, ਕਿਉਂਕਿ ਕੀ ਕਹਿੰਦਾ ਪਤਾ ਨਹੀਂ ਇਹ ਕੀ ਸਰਕਾਰ ਨੂੰ BJP ਦੀ ਨੂੰ ਇਹ ਹੋਇਆ ਕਿ ਲੋਕ ਸੜਕਾਂ 'ਤੇ ਉਤਰਨ ਫੇਰ ਹੀ ਉਹ ਮੰਨੇਗੀ। ਤੇ ਇਹ ਆ ਕਿ ਅਗਰ ਇਹ ਸਰਕਾਰ, ਕੇਂਦਰ ਦੀ BJP ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਾਉਂਦੀ, ਤਾਂ ਕਿਸਾਨ ਜਥੇਬੰਦੀਆਂ ਜੋ ਵੀ ਫੈਸਲਾ ਲੈਣਗੀਆਂ, ਮੁਸਲਿਮ ਸਮਾਜ ਉਹਨਾਂ ਦੇ ਨਾਲ ਡਟ ਕੇ ਖੜੇਗਾ, ਕਿਉਂਕਿ ਮੁਸਲਿਮ ਸਮਾਜ ਵੀ ਇਸੇ ਮੁਲਕ ਦਾ ਹਿੱਸਾ, ਔਰ ਸਾਰੇ ਇਸ ਦੇ ਵਸਣੇ ਵਾਲੇ ਸਾਡੇ ਸਾਰੇ ਵਰਗਾਂ ਦੇ ਲੋਕ ਸਾਡੇ ਭਰਾ ਨੇ। ਅਗਰ ਕਿਸੇ ਵੀ ਸਾਡੇ ਭਰਾ 'ਤੇ ਕੋਈ ਦਿੱਕਤ ਆਉਂਦੀ ਹੈ, ਕਿਸੇ ਵਰਗ ਦੇ ਲੋਕਾਂ 'ਤੇ ਕੋਈ ਦਿੱਕਤ ਆਉਂਦੀ ਹੈ, ਤਾਂ ਸਾਡਾ ਫਰਜ਼ ਬਣਦਾ ਉਹਨਾਂ ਦੇ ਨਾਲ ਖੜਨਾ। ਔਰ ਜਿੱਥੇ ਕਿਸਾਨ ਆਪਣਾ ਪਸੀਨਾ ਬਹਾਉਣਗੇ, ਉੱਥੇ ਮੁਸਲਿਮ ਸਮਾਜ ਦੇ ਲੋਕ ਉੱਥੇ ਖੂਨ ਆਪਣਾ ਦੇਣਗੇ, ਉੱਥੇ ਨਾਲ ਖੂਨ ਡੋਲਣ ਨੂੰ ਤਿਆਰ ਨੇ। ਚਾਹੇ ਸਾਨੂੰ ਤਨੋਂ ਮਨੋਂ ਧਨੋਂ ਕੋਈ ਮਦਦ ਕਰਨੀ ਪਵੇ, ਅਸੀਂ ਕਿਸਾਨ ਭਰਾਵਾਂ ਦੇ ਨਾਲ ਡਟ ਕੇ ਖੜਾਂਗੇ, ਕਿਉਂਕਿ ਸਾਰਾ ਸਮਾਜ, ਚਾਹੇ ਉਹ ਕਿਸੇ ਵੀ ਵਰਗ ਦੇ ਲੋਕ ਨੇ, ਕਿਸਾਨਾਂ ਦੇ ਨਾਲ ਜੁੜਿਆ ਹੋਇਆ ਸਾਰਾ ਉਹਦੇ 'ਤੇ। ਕਿਉਂਕਿ ਖੇਤੀ 'ਤੇ ਆਧਾਰਿਤ ਹੈ। ਜਦੋਂ ਕਿਸਾਨ ਕੋਲ ਫਸਲ ਆਉਂਦੀ ਆ ਤਾਂ ਉਹ ਪੈਸਾ ਆਉਂਦਾ, ਤਾਂ ਪੈਸਾ ਸਰਕੂਲੇਟ ਹੁੰਦਾ ਬਾਜ਼ਾਰ 'ਚ, ਜਿਹਦੇ ਨਾਲ ਸਾਰੇ ਹੀ ਆਸ ਰੱਖਦੇ ਨੇ ਕਿ ਸੀਜ਼ਨ ਆਏ 'ਤੇ ਕੰਮ ਚੱਲੇਗਾ। ਔਰ ਇਸ ਨੇ ਤਾਂ ਬਿਲਕੁਲ ਬੇੜਾ ਗਰਕ ਕਰਤਾ। ਔਰ ਅਸੀਂ ਇਹ ਫਿਰ ਇਹ ਕਹਿੰਦੇ ਹਾਂ ਕਿ ਮੋਦੀ ਸਰਕਾਰ ਇਸ ਨੂੰ ਪ੍ਰੈਸਟੀਜ ਇਸ਼ੂ ਨਾ ਬਣਾਵੇ, ਆਪਦੇ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ, ਔਰ ਨਵਾਂ ਕਾਨੂੰਨ ਕਿਸਾਨਾਂ ਨੂੰ ਵਿੱਚ ਬਿਠਾ ਕੇ ਜਿਹੋ ਜਿਹੇ ਕਾਨੂੰਨ ਕਿਸਾਨ ਚਾਹੁੰਦੇ ਆ ਉਹੋ ਜਿਹੇ ਕਾਨੂੰਨ ਲੈ ਕੇ ਆਵੇ। ਔਰ ਇੱਕ ਵਾਰ ਫਿਰ ਮੈਂ ਕਹਿਣਾ ਚਾਹੁੰਦਾ ਔਰ ਭਰੋਸਾ ਦਿਵਾਉਂਦੇ ਹਾਂ, ਇੱਥੋਂ ਅਸੀਂ ਉਰੋਂ ਚੱਲੇ ਹਾਂ, ਉਹ ਪਿੱਛੇ ਵੀ ਪਹਿਲਾਂ ਧਰਨੇ ਰਹੇ ਨੇ, ਅਸੀਂ ਸਾਰੀ ਜਗ੍ਹਾ ਇਹ ਮੈਸੇਜ ਲਾਏ ਨੇ ਪੂਰੇ ਪੰਜਾਬ ਦੇ ਵਿੱਚ ਮੁਸਲਿਮ ਸਮਾਜ ਦੇ ਲੋਕਾਂ ਨੂੰ ਕਿ ਜਿੱਥੇ ਵੀ ਕਿਸਾਨ ਯੂਨੀਅਨ ਦੇ ਧਰਨੇ ਨੇ ਉਹਦੇ 'ਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਅੱਜ ਉਸੇ ਲੜੀ ਦੇ ਤਹਿਤ ਇੱਥੋਂ ਅੱਜ ਪਿੰਡ ਲਿਬੜੇ ਤੋਂ ਨਾਲ ਦੇ ਹੋਰ ਜਗ੍ਹਾ ਤੋਂ ਇਕੱਠੇ ਹੋ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਦਿੱਲੀ ਧਰਨੇ 'ਚ ਸ਼ਮੂਲੀਅਤ ਕਰਨ ਚੱਲੇ ਆ, ਤਾਂ ਕਿ ਕਿਸਾਨ ਯੂਨੀਅਨਾਂ ਜਿਹੜੀਆਂ ਸਾਡੀਆਂ ਉੱਥੇ ਬੈਠੀਆਂ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਕਿ ਬੇਸ਼ੱਕ ਸਾਡੇ ਮੁਸਲਿਮ ਸਮਾਜ ਦੇ ਲੋਕ ਖੇਤੀ ਕਰਨ ਵਾਲੇ ਘੱਟ ਨੇ, ਕਿਉਂਕਿ ਪਰ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਅਸੀਂ ਚੱਲੇ ਆ ਕਿਸਾਨ ਵੀਰਾਂ ਦੀ ਕਿ ਤੁਸੀਂ ਡਟੇ ਰਹੋ,
ਇਹ ਚਾਹੇ ਕੁਝ ਵੀ ਹੋ ਜੇ, ਕਿਉਂਕਿ ਜੇ ਸਰਕਾਰ ਲੋਕ ਬਣਾਉਣ ਜਾਣਦੇ ਨੇ ਤਾਂ ਤਖਤਾਂ ਤੋਂ ਉਹਨਾਂ ਨੂੰ ਲਾਉਣ ਵੀ ਜਾਣਦੇ ਨੇ। ਇਸ ਕਰਕੇ ਮੋਦੀ ਸਾਹਿਬ ਨੂੰ ਔਰ ਉਹਨਾਂ ਦੀ ਸਰਕਾਰ ਨੂੰ ਇਹ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਧੰਨਵਾਦ। ਸਤਾਰ ਮੁਹੰਮਦ ਜੀ ਨੇ ਬੜੀ ਲੰਬੀ ਤਕਰੀਰ ਦੇ ਵਿੱਚ, ਲੰਬੇ ਬਿਆਨਾਂ ਦੇ ਵਿੱਚ ਗੱਲ ਸਪਸ਼ਟ ਕਰ ਦਿੱਤੀ ਕਿ ਮੁਸਲਿਮ ਸਮਾਜ ਜਿਹੜਾ ਹੈਗਾ ਇਸ ਦੇਸ਼ ਦਾ ਹਿੱਸਾ ਹੈ ਤੇ ਕਿਸਾਨਾਂ ਦੇ ਨਾਲ ਡਟ ਕੇ ਖੜੇ ਨੇ। ਸਾਡੇ ਨਾਲ ਇਸ ਵਕਤ ਮੁਸਲਿਮ ਆਗੂ ਮੌਜੂਦ ਨੇ, ਹਲੀਮ ਮੁਹੰਮਦ ਜੀ। ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਦਾ ਸੰਘਰਸ਼ ਦੇ ਵਿੱਚ ਜੋ ਯੋਗਦਾਨ ਰਿਹਾ ਤੇ ਯੋਗਦਾਨ ਪਾ ਰਹੇ ਨੇ, ਕੀ ਮਹਿਸੂਸ ਕਰਦੇ ਨੇ ਕਿ ਅਗਰ ਮੋਦੀ ਸਰਕਾਰ ਨੇ ਇਹ ਕਾਨੂੰਨ ਰੱਦ ਨਾ ਕੀਤੇ ਤਾਂ ਮੁਸਲਿਮ ਸਮਾਜ ਆਉਂਦੇ ਸਮੇਂ ਵਿੱਚ ਵੀ ਕਿਸਾਨਾਂ ਦੇ ਨਾਲ ਖੜੇਗਾ? ਹਾਂਜੀ, ਅਸੀਂ ਸਾਰੇ ਖੰਨਾ ਇਲਾਕੇ ਦੇ ਸਮੂਹ ਮੁਸਲਿਮ ਭਾਈਚਾਰੇ ਇਕੱਠੇ ਹੋ ਕੇ ਦਿੱਲੀ ਨੂੰ ਜਾ ਰਹੇ ਹਾਂ ਤੇ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਵਿਰੋਧ ਅਸੀਂ ਕਿਸਾਨ ਭਾਈਚਾਰੇ ਦੇ ਸਪੋਰਟ 'ਚ ਡਟ ਕੇ ਖੜਾਂਗੇ ਤੇ ਇਸ ਤੋਂ ਬਾਅਦ ਜਿੱਥੇ ਤੱਕ ਸਾਡਾ ਇਹਨਾਂ ਦੇ ਸਪੋਰਟ ਦੇ ਵਿੱਚ ਯੋਗਦਾਨ ਹੋਊਗਾ, ਫੁੱਲ ਅਸੀਂ ਠੋਕ ਕੇ ਯੋਗਦਾਨ ਪਾਵਾਂਗੇ। ਸਾਡਾ ਮੁਸਲਿਮ ਭਾਈਚਾਰਾ ਕਿਸਾਨਾਂ ਦੇ ਨਾਲ ਰਹੂਗਾ। ਸ਼ਾਦੀ ਖਾਨ ਜੀ ਸਾਡੇ ਨਾਲ ਇਸ ਵਕਤ ਮੌਜੂਦ ਨੇ ਮੁਸਲਿਮ ਆਗੂ ਦੂਸਰੇ ਸ਼ਾਦੀ ਖਾਨ ਜੀ। ਉਹ ਵੀ ਆਪਣੇ ਵਿਚਾਰ ਪ੍ਰਗਟਾਉਣਾ ਚਾਹੁੰਦੇ ਨੇ। ਕੀ ਕਹਿਣਾ ਜੀ ਤੁਹਾਡਾ ਇਸ ਕਿਸਾਨ ਸੰਘਰਸ਼ ਦੇ ਸੰਬੰਧ 'ਚ? ਇਹ ਕਿਸਾਨ ਵਿਰੋਧੀ ਕਿਸਾਨ ਦੇ ਵਿੱਚ ਨਾਲ ਹੈ ਸਾਰੇ ਸਿੱਖ ਕੌਮ, ਮੁਸਲਮਾਨ ਕੌਮ, ਸਾਰੇ ਅਸੀਂ ਇਕੱਠੇ ਏਕਤਾ ਦੇ ਵਿੱਚ ਵਿਰੋਧ ਦੇ ਵਿੱਚ ਅਸੀਂ ਦਿੱਲੀ ਜਾ ਰਹੇ ਹਾਂ ਇਕੱਠ ਕਰਕੇ। ਸਾਰੇ ਮੁਸਲਮਾਨ ਭਾਈਚਾਰਾ ਦਾ ਅਸੀਂ ਇਕੱਠ ਕਰਕੇ ਉੱਥੇ ਜਾ ਰਹੇ ਹਾਂ। ਮਲੋਹ ਤੋਂ ਆਏ ਹਾਂ, ਲੇਬੜੇ ਤੋਂ ਸਾਰੇ ਬੰਦੇ ਇਕੱਠੇ ਇਕੱਠ ਕਰਕੇ ਦਿੱਲੀ ਜਾ ਰਹੇ ਹਾਂ ਜੀ। ਇਹ ਸਨ ਵੱਖ-ਵੱਖ ਆਗੂ ਮੁਸਲਿਮ ਸਮਾਜ ਦੇ। ਸਤਾਰ ਮੁਹੰਮਦ ਜੀ ਨੇ ਆਪਣੇ ਸਪਸ਼ਟ ਬੇਬਾਕੀ ਨਾਲ ਗੱਲ ਕੀਤੀ ਸੀਗੀ ਕਿ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਇਹ ਕਾਨੂੰਨ ਲਿਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਂਦੀ। ਆਪ ਜੀ ਨੂੰ ਦੱਸ ਦਈਏ ਕਿ ਦੇਸ਼ ਦੁਨੀਆ ਚੈਨਲ ਦੇ ਇਸ ਪੱਤਰਕਾਰ ਨੇ ਵੀ ਪਿਛਲੇ ਸਮੇਂ ਦੌਰਾਨ ਸਭ ਤੋਂ ਪਹਿਲਾਂ ਇਹ ਮੁੱਦਾ ਉਠਾਇਆ ਸੀ, ਇਹ ਗੱਲ ਕੀਤੀ ਸੀ ਕਿ ਚੰਗਾ ਹੁੰਦਾ ਕੇਂਦਰ ਦੀ ਮੋਦੀ ਸਰਕਾਰ ਆਰਡੀਨੈਂਸ ਲਿਆਉਣ ਤੋਂ ਪਹਿਲਾਂ ਹੀ ਇਸ ਦੇ ਉੱਤੇ ਵਿਚਾਰ ਚਰਚਾ ਕਰਦੀ, ਕੋਈ ਖਰੜਾ ਤਿਆਰ ਕੀਤਾ ਜਾਂਦਾ, ਮਾਹਿਰਾਂ ਦੀ ਰਾਏ ਲਈ ਜਾਂਦੀ, ਕਿਸਾਨ ਆਗੂਆਂ ਨੂੰ ਬੁਲਾਇਆ ਜਾਂਦਾ, ਇੱਕ ਪਲੇਟਫਾਰਮ ਤਿਆਰ ਕੀਤਾ ਜਾਂਦਾ, ਉਸ ਦੇ ਉੱਤੇ ਬਕਾਇਦਾ ਬਹਿਸ ਹੁੰਦੀ, ਡਿਬੇਟ ਹੁੰਦੀ, ਕਿਸਾਨਾਂ ਜਥੇਬੰਦੀਆਂ ਦੇ, ਕਿਸਾਨਾਂ ਦੇ, ਆਰਥਿਕ ਮਾਹਿਰਾਂ ਦੇ, ਕਿਸਾਨ ਨੀਤੀਆਂ ਲਾਗੂ ਕਰਨ ਵਾਲਿਆਂ ਸੁਝਾਅ ਦੇਣ ਵਾਲੀਆਂ ਕਮੇਟੀਆਂ ਸਥਾਪਿਤ ਕਰਕੇ ਉਹਨਾਂ ਦੇ ਸੁਝਾਅ ਲਏ ਜਾਂਦੇ, ਉਹਨਾਂ ਦੇ ਇਤਰਾਜ਼ ਮੰਗੇ ਜਾਂਦੇ। ਉਸ ਤੋਂ ਬਾਅਦ ਇਸ ਦਾ ਕੋਈ ਖਰੜਾ ਤਿਆਰ ਕਰਕੇ ਇਹਦੇ ਉੱਤੇ ਬਕਾਇਦਾ ਡਿਬੇਟ ਕੀਤੀ ਜਾਂਦੀ, ਮੀਡੀਆ ਦੇ ਸਾਹਮਣੇ ਕੀਤੀ ਜਾਂਦੀ ਤਾਂ ਕਿ ਲੋਕਾਂ ਨੂੰ ਇਸ ਚੀਜ਼ ਬਾਰੇ ਪੂਰੀ ਨੌਲੇਜ ਹੁੰਦੀ। ਸਾਡੇ ਨਾਲ ਇੱਕ ਹੋਰ ਆਗੂ ਨੇ ਮੁਸਲਿਮ ਸਮਾਜ ਦੇ, ਉਹ ਵੀ ਆਪਣੇ ਵਿਚਾਰ ਰੱਖਣਾ ਚਾਹੁੰਦੇ ਨੇ। ਕੀ ਸ਼ੁਭ ਨਾਮ ਜੀ ਤੁਹਾਡਾ? ਮੁਹੰਮਦ ਸ਼ਾਕਿਰ ਜੀ। ਕੀ ਕਹਿਣਾ ਤੁਸੀਂ? ਮੈਂ ਤਾਂ ਇਹ ਕਹਿਣਾ ਚਾਹੁੰਦਾ, ਦੇਖੋ ਇੰਨੇ ਲੋਕ ਬੈਠੇ ਨੇ, ਕਿੰਨਾ ਟਾਈਮ ਹੋ ਗਿਆ ਉਹਨੂੰ ਸੰਘਰਸ਼ ਕਰਦਿਆਂ ਨੂੰ, ਕਿਉਂਕਿ ਇਹਨਾਂ ਨੂੰ ਕਾਨੂੰਨ ਬਾਰੇ ਪਤਾ ਹੈਗਾ ਕੀ ਕਰ ਰਿਹਾ। ਕੁਝ ਲੋਕ ਨੇ ਜਿਹੜੇ ਕਾਨੂੰਨ ਦਾ ਫਾਇਦਾ ਦੱਸ ਰਹੇ ਨੇ, ਉਹ ਲੱਖਾਂ ਹੀ ਲੋਕ ਨੇ ਜਿਹੜੇ ਕਹਿ ਰਹੇ ਨੇ ਇਹਦੇ 'ਚ ਬਹੁਤ ਨੁਕਸਾਨ ਹੋ ਰਿਹਾ ਤੇ ਮੋਦੀ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ ਗੱਲ ਇਹ। ਅਗਰ ਨਹੀਂ ਮੰਨੇਗਾ ਤਾਂ ਬੈਠੇ ਤਾਂ ਲੋਕ ਹੈਗੇ ਨੇ, ਕਿਉਂਕਿ ਸਾਰੇ ਸਮਾਨ ਆਪਣਾ ਲੈ ਕੇ ਗਏ ਨੇ, ਕਿਉਂ ਵੀ ਤਾਂ ਮਰਨਾ ਹੀ ਹੈਗਾ ਤੇ ਕਿਉਂ ਨਾ ਅਸੀਂ ਸੰਘਰਸ਼ ਕਰਕੇ ਹੀ ਸ਼ਹੀਦੀ ਪਾਵਾਂਗੇ ਹੈ। ਇਸੇ ਕਰਕੇ ਮੋਦੀ ਸਰਕਾਰ ਨੂੰ ਬਾਰ-ਬਾਰ ਇਹੀ ਗੁਜ਼ਾਰਿਸ਼ ਹੈਗੀ ਆ ਕਿ ਸਾਡੇ ਜਿਹੜੇ ਭਾਈ ਚਾਹ ਰਹੇ ਨੇ ਕਿ ਉਸ ਤਰ੍ਹਾਂ ਕਰਿਆ ਜਾਵੇ, ਉਸ ਤਰ੍ਹਾਂ ਹੀ ਕਾਨੂੰਨ ਕਰੇ ਜਾਣ ਜਿਸ ਤਰ੍ਹਾਂ ਇਹ ਚਾਹ ਰਹੇ ਨੇ, ਕਿਉਂਕਿ ਫਾਇਦਾ ਤਾਂ ਇਹਨਾਂ ਨੂੰ ਪਤਾ। ਉਹਨੂੰ ਏਸੀ ਰੂਮਾਂ 'ਚ ਬੈਠਣ ਵਾਲਿਆਂ ਨੂੰ ਫਾਇਦਾ ਨਹੀਂ ਪਤਾ ਇਹ ਚੀਜ਼ ਦਾ, ਜਿਹੜੇ 24 ਘੰਟੇ ਮਿੱਟੀ ਦੇ ਵਿੱਚ ਮਿੱਟੀ ਹੋਏ ਰਹਿੰਦੇ ਨੇ, ਫਸਲਾਂ ਬਾਰੇ ਸਾਰਾ ਕੁਝ ਜਾਣਦੇ ਨੇ ਕਿ ਜਿਹਦੇ ਵਿੱਚ ਕਦੋਂ ਆਪਾਂ ਨੂੰ ਫਾਇਦਾ ਮਿਲਣਾ, ਕਦੋਂ ਇਹਦੇ 'ਚ ਨੁਕਸਾਨ ਹੋਣਾ। ਕਿਉਂ ਏਸੀ ਰੂਮ ਵਾਲੇ ਥੋੜ੍ਹੀ ਦੱਸ ਸਕਦੇ ਨੇ ਉਹ ਚੀਜ਼ ਨੂੰ ਉਹੀ ਦੱਸ ਸਕਦੇ ਨੇ ਜਿਹੜੇ ਹਰ ਟਾਈਮ ਮਿੱਟੀ ਦੇ ਵਿੱਚ ਰਹਿੰਦੇ ਨੇ ਕਿ ਕਿਸਾਨ ਤੋਂ ਬਿਨਾਂ ਇਹਨੂੰ ਕੋਈ ਫਾਇਦਾ ਦੱਸ ਹੀ ਨਹੀਂ ਸਕਦਾ। ਇਹਦਾ ਭਾਈ ਸਾਹਿਬ ਨੇ ਸਪਸ਼ਟ ਕੀਤਾ ਕਿ ਕਿਸਾਨ ਤੋਂ ਬਿਨਾਂ ਇਸ ਚੀਜ਼ ਬਾਰੇ ਕੋਈ ਫਾਇਦਾ ਨਹੀਂ ਦੱਸ ਸਕਦਾ। ਕਿਸਾਨ ਦੇ ਢਿੱਡ ਦੇ ਵਿੱਚ ਜੇ ਪੀੜ ਹੈ ਤਾਂ ਕਿਸਾਨ ਨੂੰ ਪਤਾ ਕਿ ਪੀੜ ਕਿੱਥੇ ਹੁੰਦੀ ਹੈ, ਸਾਹਮਣੇ ਵਾਲਾ ਬੰਦਾ ਨਹੀਂ ਦੱਸ ਸਕਦਾ। ਕਿਸਾਨ ਦੀ ਫਸਲ ਦਾ ਜੋ ਨੁਕਸਾਨ ਹੈ, ਕਿਸਾਨ ਦੇ ਆਉਣ ਵਾਲੇ ਭਵਿੱਖ ਦਾ ਜੋ ਸਵਾਲ ਹੈ, ਉਹ ਕਿਸਾਨ ਮਹਿਸੂਸ ਕਰਦਾ ਹੈ। ਇਸ ਕਰਕੇ ਕਿਸਾਨ ਧਰਨੇ ਉੱਤੇ ਬੈਠੇ ਨੇ, ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ। ਸਾਰੇ ਆਗੂਆਂ ਦਾ ਇਹ ਕਹਿਣਾ ਹੈ ਕਿ ਮੋਦੀ ਸਰਕਾਰ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਹੈ, ਪਰ ਕਿਸਾਨਾਂ ਦੇ ਹਿੱਤ ਵਿੱਚ ਨਹੀਂ। ਇਹ ਕਿਸਾਨਾਂ ਦੇ ਭਵਿੱਖ ਦੇ ਨਾਲ ਇੱਕ ਖਿਲਵਾੜ ਹੈ। ਕਿਸਾਨਾਂ ਨੂੰ ਆਪਣਾ ਭਵਿੱਖ ਜਿਹੜਾ ਹਨੇਰੇ ਵਿੱਚ ਨਜ਼ਰ ਆਉਂਦਾ ਹੈ। ਆਪਣੇ ਭਵਿੱਖ ਨੂੰ ਤੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੈ ਕੇ ਕਿਸਾਨ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਨੇ। ਇਸੇ ਕਰਕੇ ਧਰਨੇ ਉੱਤੇ ਬੈਠੇ ਨੇ। ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਮੋਦੀ ਸਰਕਾਰ ਕੀ ਪੈਂਤਰਾ ਲੈਂਦੀ ਹੈ, ਕਿ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੀ ਹੈ। ਆਰਡੀਨੈਂਸ ਦੇ ਵਿੱਚ ਸੰਸ਼ੋਧਨ ਕਰਨ ਨੂੰ, ਇਹ ਖੇਤੀ ਕਾਨੂੰਨ ਵਿੱਚ ਸੰਸ਼ੋਧਨ ਕਰਨ ਨੂੰ ਕਿਸਾਨ ਜਥੇਬੰਦੀਆਂ ਰਾਜੀ ਹੁੰਦੀਆਂ ਨੇ, ਜਾਂ ਮੋਦੀ ਸਰਕਾਰ ਇਹ ਖੇਤੀ ਕਾਨੂੰਨ ਨੂੰ ਵਾਪਸ ਲੈਣ ਲਈ ਰਾਜੀ ਹੁੰਦੀ ਹੈ? ਕੀ ਮੋਦੀ ਸਰਕਾਰ ਦਾ ਪੈਂਤਰਾ ਹੈ? ਕੀ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਦਾ ਪੈਂਤਰਾ ਹੈ? ਕੀ ਉਹਨਾਂ ਦੀ ਰਣਨੀਤੀ ਹੈ? ਇਸ ਦੇ ਉੱਤੇ ਸਾਰੇ ਦੇਸ਼ ਦੀ ਨਿਗਾਹ ਟਿਕੀ ਰਹੇਗੀ। ਖੰਨੇ ਤੋਂ ਹਰਪ੍ਰੀਤ ਸਿੰਘ ਪ੍ਰਿੰਸ, ਜ਼ਿਲ੍ਹਾ ਇੰਚਾਰਜ, ਦੇਸ਼ ਦੁਨੀਆ ਚੈਨਲ ਵਾਸਤੇ।